ਜਾਦੂ ਟੋਣਾ ਤੰਤਰ ਮੰਤਰ। ਲੋਕ ਇਹਨਾਂ ਗੱਲਾਂ ਦੇ ਉੱਤੇ ਯਕੀਨ ਤਾਂ ਨਹੀਂ ਕਰਦੇ, ਪਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੀ ਹੋਂਦ ਜ਼ਿੰਦਗੀ ਦੇ ਵਿੱਚ ਜ਼ਰੂਰ ਹੁੰਦੀ ਹੈ। ਮਾਡਰਨ ਜ਼ਮਾਨੇ ਦੇ ਵਿੱਚ ਲੋਕ ਇਹਨਾਂ ਨੂੰ ਅੰਧ ਵਿਸ਼ਵਾਸ ਕਰਾਰ ਦਿੰਦੇ ਨੇ, ਪਰ ਪੁਰਾਣੇ ਸਮਿਆਂ ਦੇ ਵਿੱਚ ਇਹ ਕਾਲੀ ਵਿੱਦਿਆ ਜ਼ੋਰਾਂ ਤੇ ਹੁੰਦੀ ਸੀ। ਇਸ ਕਾਲੀ ਵਿੱਦਿਆ ਕਰਕੇ ਕੁਝ ਅਜਿਹੀਆਂ ਘਟਨਾਵਾਂ ਵੀ ਪਿੱਛੇ ਛੁੱਟ ਜਾਂਦੀਆਂ ਸੀ, ਜਿਨ੍ਹਾਂ ਦਾ ਹੱਲ ਅੱਜ ਤੱਕ ਕੋਈ ਨਹੀਂ ਪਾ ਸਕਿਆ। ਅੱਜ ਜਿਹੜੀ ਘਟਨਾ ਤੁਹਾਨੂੰ ਦੱਸਣ ਜਾ ਰਹੇ ਹਾਂ, ਉਸ ਘਟਨਾ ਦੇ ਵਿੱਚ ਤਾਂ ਪੁਲਿਸ ਵੀ ਹੈਰਾਨ ਪਰੇਸ਼ਾਨ ਹੋ ਚੁੱਕੀ ਸੀ। ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਇੱਕ ਲੜਕੀ ਹਵਾ ਦੇ ਵਿੱਚ ਗਾਇਬ ਹੋ ਗਈ ਤੇ ਪੁਲਿਸ ਸਿਰਫ ਦੇਖਦੀ ਹੀ ਰਹਿ ਗਈ। ਇਹ ਘਟਨਾ ਹੈ ਇੱਕ ਪੰਜਾਬੀ ਪਰਿਵਾਰ ਦੀ, ਜੋ ਕਿ ਹੈਦਰਾਬਾਦ ਦੇ ਵਿੱਚ ਹੀ ਰਹਿੰਦਾ ਸੀ, ਕਿਉਂਕਿ ਉਹਨਾਂ ਦਾ ਉੱਥੇ ਹੀ ਟਰਾਂਸਪੋਰਟ ਦਾ ਕਾਰੋਬਾਰ ਸੀ। ਘਰ ਦੇ ਵਿੱਚ ਬਚਿੱਤਰ ਸਿੰਘ, ਉਸ ਦੀ ਪਤਨੀ, ਇੱਕ ਭਰਾ ਤੇ ਛੋਟੀ ਭੈਣ ਰਹਿੰਦੇ ਸੀ। ਇਹ ਗੱਲ 1982 ਦੀ ਹੈ, ਜਦੋਂ ਨਨਾਣ ਭਰਜਾਈ ਇੱਕ ਦਿਨ ਬਾਜ਼ਾਰ ਨੂੰ ਖਰੀਦਦਾਰੀ ਕਰਨ ਗਈਆਂ। ਦੱਸਦੇ ਹਨ ਕਿ ਇੱਕ ਕਾਲੀ ਵਿੱਦਿਆ ਦਾ ਮਾਹਿਰ ਤਾਂਤਰਿਕ ਆਪਣੀ ਕਿਸੇ ਵਿਧੀ ਨੂੰ ਸਿੱਧ ਕਰਨ ਵਾਸਤੇ ਔਰਤਾਂ ਦੀ ਭਾਲ ਦੇ ਵਿੱਚ ਸੀ। ਜਦੋਂ ਉਸ ਦੇ ਕੋਲੋਂ ਕੋਈ ਇੰਤਜ਼ਾਮ ਨਹੀਂ ਹੋਇਆ ਤਾਂ ਉਸਨੇ ਇੱਕ ਨਵੀਂ ਯੋਜਨਾ ਬਣਾਈ। ਕੁਝ ਸੂਟਾਂ ਦਾ ਕੱਪੜਾ ਲੈ ਕੇ ਉਸਨੇ ਬਾਜ਼ਾਰ ਦੇ ਵਿੱਚ ਸੇਲ ਲਗਾ ਦਿੱਤੀ ਤੇ ਕਾਫੀ ਦਿਨ ਉੱਥੇ ਹੀ ਬੈਠਾ ਰਿਹਾ, ਪਰ ਉਸ ਨੂੰ ਆਪਣੀ ਲੋੜ ਅਨੁਸਾਰ ਕੋਈ ਵੀ ਔਰਤ ਨਾ ਮਿਲੀ। ਤੇ ਫਿਰ ਉਹ ਦਿਨ ਆਇਆ ਜਦੋਂ ਉਹ ਨਨਾਣ ਭਰਜਾਈ ਉਸ ਤਾਂਤਰਿਕ ਦੇ ਕੋਲ ਸੂਟ ਖਰੀਦਣ ਪਹੁੰਚੀਆਂ। ਬਚਿੱਤਰ ਸਿੰਘ ਦੀ ਭੈਣ ਤੇ ਪਤਨੀ ਤਾਂਤਰਿਕ ਦੇ ਲਈ ਬਿਲਕੁਲ ਸਹੀ ਸਨ, ਤਾਂ ਜੋ ਆਪਣੀ ਕਾਲੀ ਵਿਧੀ ਸਿੱਧ ਕਰ ਸਕੇ। ਉਸਨੇ ਕਾਲੀ ਸ਼ਕਤੀਆਂ ਦੇ ਨਾਲ ਸਿੱਧ ਕੀਤਾ ਹੋਇਆ ਇੱਕ ਕਾਲਾ ਸੂਟ ਉਹਨਾਂ ਨਨਾਣ ਭਰਜਾਈ ਨੂੰ ਦਿਖਾਇਆ, ਜੋ ਕਿ ਬਹੁਤ ਹੀ ਸਸਤੇ ਭਾਅ ਦੇ ਵਿੱਚ ਉਸ ਤਾਂਤਰਿਕ ਨੇ ਉਹਨਾਂ ਨੂੰ ਵੇਚ ਦਿੱਤਾ। ਹੁਣ ਉਹ ਤਾਂਤਰਿਕ ਆਪਣਾ ਕੰਮ ਕਰ ਚੁੱਕਿਆ ਸੀ। ਉਹ ਤਾਂਤਰਿਕ ਤਾਂ ਉੱਥੋਂ ਚਲਿਆ ਗਿਆ ਤੇ ਨਨਾਣ ਭਰਜਾਈ ਆਪਣੇ ਘਰ ਆ ਗਈਆਂ ਤੇ ਉਹ ਸੂਟ ਉਹਨਾਂ ਨੇ ਕੀਲੀ ਦੇ ਉੱਤੇ ਟੰਗ ਦਿੱਤਾ। ਕੁਝ ਸਮਾਂ ਹੋਇਆ ਤੇ ਇੱਕ ਆਵਾਜ਼ ਆਉਣ ਲੱਗੀ ਕਿ ਮੈਨੂੰ ਟੰਗਣ ਦੇ ਲਈ ਨਹੀਂ, ਪਹਿਨਣ ਵਾਸਤੇ ਲੈ ਕੇ ਆਏ ਹੋ। ਸਾਰਾ ਪਰਿਵਾਰ ਡਰ ਗਿਆ, ਕਿਉਂਕਿ ਆਵਾਜ਼ ਸੂਟ ਦੇ ਵਿੱਚੋਂ ਆ ਰਹੀ ਸੀ। ਸਾਰਾ ਪਰਿਵਾਰ ਸੋਚ ਰਿਹਾ ਸੀ ਕਿ ਆਵਾਜ਼ ਸੂਟ ਦੇ ਵਿੱਚੋਂ ਕਿਵੇਂ ਆ ਸਕਦੀ ਹੈ। ਕੋਈ ਸਪੀਕਰ ਵਗੈਰਾ ਵੀ ਨਹੀਂ ਸੀ। ਡਰ ਦੇ ਮਾਰੇ ਸਾਰੇ ਪਰਿਵਾਰ ਨੇ ਸੂਟ ਨੂੰ ਹੱਥ ਤੱਕ ਨਹੀਂ ਲਗਾਇਆ ਤੇ ਦੇਖਦਿਆਂ ਹੀ ਦੇਖਦਿਆਂ ਸਾਰਾ ਮੁਹੱਲਾ ਇਕੱਠਾ ਹੋ ਗਿਆ। ਦਹਿਸ਼ਤ ਦਾ ਮਾਹੌਲ ਬਣਿਆ ਤੇ ਫਿਰ ਪੁਲਿਸ ਨੂੰ ਵੀ ਬੁਲਾਇਆ ਗਿਆ। ਪੁਲਿਸ ਮੁਲਾਜ਼ਮ ਵੀ ਇਹ ਦੇਖ ਕੇ ਬਹੁਤ ਹੈਰਾਨ ਹੋਏ ਕਿ ਸੂਟ ਦੇ ਵਿੱਚੋਂ ਕਿਵੇਂ ਕੋਈ ਬੋਲ ਸਕਦਾ ਹੈ। ਆਖਿਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਤੁਸੀਂ ਇੱਕ ਵਾਰ ਸੂਟ ਨੂੰ ਸਾੜੀ ਦੀ ਤਰ੍ਹਾਂ ਸਰੀਰ ਦੇ ਉੱਤੇ ਲਪੇਟ ਲਵੋ, ਦੇਖ ਲੈਂਦੇ ਹਾਂ ਕਿ ਕੀ ਹੋਵੇਗਾ। ਆਪਾਂ ਸਾਰੇ ਇੱਥੇ ਹੀ ਮੌਜੂਦ ਹਾਂ, ਕੋਈ ਕੁਝ ਵੀ ਨਹੀਂ ਕਰ ਪਾਵੇਗਾ। ਗੱਲ ਮੰਨ ਕੇ ਬਚਿੱਤਰ ਸਿੰਘ ਦੀ ਭੈਣ ਨੇ ਉਹ ਸੂਟ ਸਾੜੀ ਦੇ ਵਾਂਗ ਪਹਿਨ ਲਿਆ, ਪਰ ਉੱਥੇ ਕੁਝ ਵੀ ਨਹੀਂ ਹੋਇਆ। ਫਿਰ ਆਵਾਜ਼ ਆਈ ਕਿ ਸੂਟ ਪਹਿਨ ਤਾਂ ਲਿਆ, ਹੁਣ ਸਿਰ ਵੀ ਢੱਕ ਲੈ। ਸਿਰ ਢੱਕਣ ਦੀ ਦੇਰ ਹੀ ਸੀ ਕਿ ਉਹ ਲੜਕੀ ਦੇਖਦਿਆਂ ਹੀ ਦੇਖਦਿਆਂ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਗਾਇਬ ਹੋ ਗਈ ਤੇ ਸਿਰਫ ਉੱਥੇ ਸੂਟ ਹੀ ਬਚਿਆ। ਪੁਲਿਸ ਮੁਲਾਜ਼ਮ ਸਿਰਫ ਹੱਥ ਮਲਦੇ ਹੀ ਰਹਿ ਗਏ ਤੇ ਉਹ ਲੜਕੀ ਹਵਾ ਦੇ ਵਿੱਚ ਹੀ ਗਾਇਬ ਹੋ ਗਈ। ਹੁਣ ਪੁਲਿਸ ਤਾਂ ਉੱਥੋਂ ਚਲੀ ਗਈ, ਪਰ ਪਰਿਵਾਰ ਦੀ ਲੜਕੀ ਗਾਇਬ ਹੋ ਚੁੱਕੀ ਸੀ। ਹੁਣ ਪਰਿਵਾਰ ਤੇ ਪੁਲਿਸ ਲੱਭੇ ਵੀ ਕਿੱਥੇ? ਹਵਾ ਦੇ ਵਿੱਚ ਗਾਇਬ ਹੋਈ ਲੜਕੀ ਦਾ ਥਾਂ ਟਿਕਾਣਾ ਕੌਣ ਜਾਣਦਾ ਸੀ? ਫਿਰ ਪੁਲਿਸ ਦੀ ਸਹਾਇਤਾ ਦੇ ਨਾਲ ਉਸ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੇ ਉਹ ਸੂਟ ਵੇਚਿਆ ਸੀ, ਪਰ ਬਾਜ਼ਾਰ ਦੇ ਵਿੱਚੋਂ ਪਤਾ ਕੀਤਾ ਗਿਆ ਕਿ ਉਹ ਮੁੜ ਸੂਟ ਵੇਚਣ ਤੋਂ ਬਾਅਦ ਉੱਥੇ ਨਹੀਂ ਆਇਆ। ਬਹੁਤ ਭਾਲ ਕੀਤੀ ਗਈ ਪਰ ਕੋਈ ਫਾਇਦਾ ਨਹੀਂ ਹੋਇਆ। ਆਖਿਰ ਸਮਾਂ ਬੀਤ ਗਿਆ, ਪਰ ਬਚਿੱਤਰ ਸਿੰਘ ਦੀ ਭੈਣ ਨਹੀਂ ਮਿਲੀ। ਪਰ ਸ਼ਾਇਦ ਤਾਂਤਰਿਕ ਦੀ ਉਹ ਸਿੱਧੀ ਦੇ ਵਿੱਚ ਹਾਲੇ ਵੀ ਕੋਈ ਕਮੀ ਸੀ। ਭੇਸ ਬਦਲ ਕੇ ਉਹ ਤਾਂਤਰਿਕ ਇੱਕ ਵਾਰ ਫਿਰ ਭਿਖਾਰੀ ਦੇ ਰੂਪ ਦੇ ਵਿੱਚ ਉਹਨਾਂ ਦੇ ਘਰ ਪਹੁੰਚਿਆ ਤੇ ਭੀਖ ਮੰਗਣ ਵਾਸਤੇ ਉਸਨੇ ਅਲਖ ਜਗਾਈ। ਪਰ ਜਦੋਂ ਗੁੱਸੇ ਦੇ ਵਿੱਚ ਆਈ ਬਚਿੱਤਰ ਸਿੰਘ ਦੀ ਘਰਵਾਲੀ ਨੇ ਉਸ ਨੂੰ ਮੰਦਾ ਚੰਗਾ ਬੋਲਿਆ ਤਾਂ ਉਸਨੇ ਇੱਕ ਖਾਲੀ ਕੁੱਜਾ ਉਹਨਾਂ ਦੇ ਵਿਹੜੇ ਦੇ ਵਿੱਚ ਭੰਨ ਦਿੱਤਾ ਤੇ ਆਪ ਉੱਥੋਂ ਚਲਿਆ ਗਿਆ। ਪਰ ਉਸ ਦਿਨ ਉਹ ਸਿਰਫ ਕੁੱਜਾ ਹੀ ਨਹੀਂ ਭੱਜਿਆ, ਸਗੋਂ ਉਸ ਦਿਨ ਉਹ ਤਾਂਤਰਿਕ ਉਹਨਾਂ ਦੇ ਪਰਿਵਾਰ ਦੀ ਨੀਂਦ ਹਰਾਮ ਕਰ ਗਿਆ। ਬਚਿੱਤਰ ਸਿੰਘ ਦਾ ਪਰਿਵਾਰ ਜਦੋਂ ਵੀ ਸੌਣ ਦੀ ਕੋਸ਼ਿਸ਼ ਕਰਦਾ ਤਾਂ ਇੱਕ ਬਲਦੀ ਹੋਈ ਅੱਗ ਦਾ ਕੁੱਜਾ ਆਉਂਦਾ ਤੇ ਆ ਕੇ ਉੱਥੇ ਅੱਗ ਲਗਾ ਦਿੰਦਾ ਤੇ ਇੰਜ ਹਰ ਰੋਜ਼ ਹੋਣ ਲੱਗਿਆ। ਪਰਿਵਾਰ ਜਿੱਥੇ ਵੀ ਸੌਂਦਾ ਉੱਥੇ ਅੱਗ ਲੱਗ ਜਾਂਦੀ। ਰਾਤਾਂ ਦੀਆਂ ਨੀਂਦਾਂ ਉੜ ਚੁੱਕੀਆਂ ਸੀ ਤੇ ਫਿਰ ਆਖਿਰ ਪਰਿਵਾਰ ਦੇ ਕੱਪੜੇ ਆਪਣੇ ਆਪ ਹੀ ਫਟਣੇ ਸ਼ੁਰੂ ਹੋ ਗਏ। ਉਹਨਾਂ ਦੇ ਸਾਰੇ ਕੱਪੜੇ ਫਟਣ ਲੱਗੇ ਤੇ ਪਹਿਨੇ ਹੋਏ ਕੱਪੜੇ ਵੀ ਆਪਣੇ ਆਪ ਫਟ ਜਾਂਦੇ ਸੀ। ਬਾਅਦ ਵਿੱਚ ਬਚਿੱਤਰ ਸਿੰਘ ਹਜੂਰ ਸਾਹਿਬ ਗਿਆ ਤੇ ਉੱਥੇ ਦੇ ਜਥੇਦਾਰ ਜੀ ਨੂੰ ਜਾ ਕੇ ਬੇਨਤੀ ਕੀਤੀ ਕਿ ਮੇਰੇ ਪਰਿਵਾਰ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ। ਜਥੇਦਾਰ ਜੀ ਨੇ ਕਿਹਾ ਕਿ ਵਾਹਿਗੁਰੂ ਜ਼ਰੂਰ ਕਿਰਪਾ ਕਰਨਗੇ। ਉਹਨਾਂ ਨੇ ਕਿਹਾ ਕਿ ਤੁਹਾਡੇ ਘਰ ਦੇ ਵਿੱਚ 500 ਪਾਠ ਸੁਖਮਨੀ ਸਾਹਿਬ ਦੇ ਲਗਾਤਾਰ ਕਰਨੇ ਹੋਣਗੇ, ਤੁਸੀਂ ਇੱਕ ਕਮਰਾ ਸਾਡੇ ਸਿੰਘਾਂ ਨੂੰ ਦੇ ਦਿਓ। ਉਸੇ ਤਰ੍ਹਾਂ ਬਚਿੱਤਰ ਸਿੰਘ ਦੇ ਘਰ ਦੇ ਵਿੱਚ ਸਿੰਘਾਂ ਨੂੰ ਭੇਜਿਆ ਗਿਆ ਤੇ ਅਖੰਡ ਸੁਖਮਨੀ ਸਾਹਿਬ ਦੇ ਪਾਠ ਬਚਿੱਤਰ ਸਿੰਘ ਦੇ ਘਰ ਚੱਲਣ ਲੱਗੇ। 500 ਪਾਠਾਂ ਦੀ ਅਰਦਾਸ ਕੀਤੀ ਗਈ ਤੇ ਉਸ ਦਿਨ ਤੋਂ ਬਾਅਦ ਬਚਿੱਤਰ ਸਿੰਘ ਦੇ ਘਰ ਦੇ ਵਿੱਚ ਕੋਈ ਵੀ ਕੱਪੜਾ ਨਹੀਂ ਕੱਟਿਆ ਗਿਆ ਤੇ ਨਾ ਹੀ ਕੋਈ ਅੱਗ ਲੱਗੀ। ਇਸ ਘਟਨਾ ਤੋਂ ਬਾਅਦ ਬਚਿੱਤਰ ਸਿੰਘ ਦਾ ਪਰਿਵਾਰ ਅੰਮ੍ਰਿਤਧਾਰੀ ਬਣ ਗਿਆ, ਪਰ ਬਚਿੱਤਰ ਸਿੰਘ ਦੀ ਭੈਣ ਦਾ ਪਤਾ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ। ਬਚਿੱਤਰ ਸਿੰਘ ਦੀ ਭੈਣ ਕਿੱਥੇ ਗਈ? ਕਿ ਉਹ ਜਿਉਂਦੀ ਹੈ ਜਾਂ ਫਿਰ ਮਰ ਚੁੱਕੀ ਹੈ? ਪਰਿਵਾਰ ਨੂੰ ਉਸ ਦੀ ਕੋਈ ਵੀ ਉੱਗ ਸੁੱਗ ਨਹੀਂ ਹੈ।